ਹਫ਼ਤੇ ਭਰ ਦੀਆਂ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਲੈ ਕੇ ਮੈਂ ਬरुण ਕੌਰ ਮਾਨ ਹਾਜ਼ਰ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਵੀਕਲੀ ਇਮੀਗ੍ਰੇਸ਼ਨ ਅਪਡੇਟ ਪੰਜਾਬ ਮੇਲ USA ਟੀਵੀ ਦੀ ਖਾਸ ਪੇਸ਼ਕਸ਼। ਕੈਨੇਡਾ 'ਚ 2000 ਪ੍ਰਵਾਸੀ ਹੋਣਗੇ ਪੱਕੇ। ਕੈਨੇਡਾ ਵੱਲੋਂ ਅਮਰੀਕਾ 'ਚ ਦਾਖਲ ਹੋ ਰਹੇ 7 ਭਾਰਤੀ ਗ੍ਰਿਫਤਾਰ। ਕੈਨੇਡਾ ਦੀਆਂ ਵੀਜ਼ਾ ਤੇ ਆਵਾਸ ਨੀਤੀਆਂ ਵਿੱਚ ਵੱਡੇ ਬਦਲਾਅ ਹੋਣ ਦੀ ਸੰਭਾਵਨਾ। ਨਿਊਜ਼ੀਲੈਂਡ ਨੇ ਅੰਤਰਰਾਸ਼ਟਰੀ ਸੈਲਾਨੀਆਂ ਲਈ ਖੋਲੇ ਦਰਵਾਜ਼ੇ। ਅੰਤਰਰਾਸ਼ਟਰੀ ਹਵਾਈ ਕਿਰਾਇਆ ਹੋ ਸਕਦਾ ਹੈ ਸਸਤਾ। ਭਾਰਤ ਨੇ 116 ਦੇਸ਼ਾਂ ਨਾਲ ਕੀਤਾ ਸਮਝੌਤਾ। 7000 ਤੋਂ ਵਧੇਰੇ ਟਿਊਨੀਸ਼ੀਅਨ ਪ੍ਰਵਾਸੀ ਗੈਰ ਕਾਨੂੰਨੀ ਤਰੀਕੇ ਨਾਲ ਇਟਲੀ ਦੇ ਤੱਟਾਂ ਤੇ ਪਹੁੰਚੇ। ਕੈਨੇਡਾ 'ਚ ਨੇ 10 ਲੱਖ ਨੌਕਰੀਆਂ, ਪੂਰੀ ਸੂਚੀ ਜੋ ਤੁਹਾਨੂੰ ਦਵਾ ਸਕਦੀ ਹੈ PR। ਅਮਰੀਕਾ ਨੇ ਵਿਦੇਸ਼ ਯਾਤਰਾ ਦੌਰਾਨ ਆਪਣੇ ਨਾਗਰਿਕਾਂ ਨੂੰ ਚੌਕਸ ਰਹਿਣ ਲਈ ਕਿਹਾ। ਆਸਟ੍ਰੇਲੀਆ ਦੇ ਕਈ ਰਾਜਾਂ ਵਿੱਚ ਤੂਫਾਨ ਦਾ ਕਹਿਰ ਉਡਾਣਾ ਹੋਈਆਂ ਨੇ ਇਸ ਹਫ਼ਤੇ ਪ੍ਰਭਾਵਿਤ। ਪੰਜਾਬ ਤੋਂ ਨੰਦੇੜ ਸਾਹਿਬ ਲਈ ਜਲਦ ਹੋਵੇਗੀ ਹਵਾਈ ਸੇਵਾ ਸ਼ੁਰੂ। ਤੁਸੀਂ ਦੇਖ ਰਹੇ ਹੋ ਵੀਕਲੀ ਇਮੀਗ੍ਰੇਸ਼ਨ ਅਪਡੇਟ। ਕੈਨੇਡਾ 'ਚ 2000 ਨਵੇਂ ਪ੍ਰਵਾਸੀ ਪੱਕੇ ਹੋਣਗੇ ਜਿਨ੍ਹਾਂ ਨੂੰ ਐਕਸਪ੍ਰੈਸ ਐਂਟਰੀ ਦਰਾ ਤਹਿਤ PR ਲਈ ਸੱਦਾ ਭੇਜ ਦਿੱਤਾ ਗਿਆ। ਹੁਨਰਮੰਦ ਪ੍ਰਵਾਸੀਆਂ ਲਈ ਕੈਨੇਡਾ ਦੇ ਪ੍ਰਸਿੱਧ ਇਮੀਗ੍ਰੇਸ਼ਨ ਮਾਰਗਾਂ ਵਿੱਚੋਂ ਇੱਕ ਮੰਨੇ ਜਾਂਦੇ ਐਕਸਪ੍ਰੈਸ ਐਂਟਰੀ ਰਾਹੀਂ ਉਹਨਾਂ ਪ੍ਰਵਾਸੀਆਂ ਨੂੰ ਹੀ ਸੱਦਾ ਪੱਤਰ ਭੇਜੇ ਗਏ ਨੇ ਜਿਨ੍ਹਾਂ ਦਾ CRS ਸਕੋਰ ਲਗਭਗ 533 ਬਣਦਾ ਹੈ। ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ ਲਈ ਉਹਨਾਂ 2000 ਪ੍ਰਵਾਸੀਆਂ ਨੂੰ ਹੀ ਸੱਦਾ ਪੱਤਰ ਭੇਜੇ ਗਏ ਜਿਨ੍ਹਾਂ ਦਾ CRS ਭਾਵ ਕੰਪਰੀਹੈਂਸਿਵ ਰੈਂਕਿੰਗ ਸਿਸਟਮ ਸਕੋਰ ਲਗਭਗ 533 ਹੈ। 3 ਅਗਸਤ ਨੂੰ ਕੱਢੇ ਗਏ ਐਕਸਪ੍ਰੈਸ ਐਂਟਰੀ ਦੇ ਡਰਾ ਲਈ CRS ਸਕੋਰ 20 ਜੁਲਾਈ ਨੂੰ ਕੱਢੇ ਗਏ ਪਿਛਲੇ ਡਰਾ ਨਾਲੋਂ 9 ਅੰਕ ਘੱਟ ਸੀ। ਇਸ ਤੋਂ ਇਲਾਵਾ ਪਿਛਲੇ ਡਰਾ ਦੇ ਮੁਕਾਬਲੇ ਇਸ ਡਰਾ ਵਿੱਚ 250 ਵਾਧੂ ਉਮੀਦਵਾਰਾਂ ਨੂੰ ਕੈਨੇਡਾ ਦੀ PR ਲਈ ਸੱਦਾ ਪੱਤਰ ਪ੍ਰਾਪਤ ਹੋਏ। ਉਸ ਵੇਲੇ 1750 ਪ੍ਰਵਾਸੀਆਂ ਨੂੰ PR ਲਈ ITA ਭਾਵ ਇਨਵੀਟੇਸ਼ਨ ਟੂ ਅਪਲਾਈ ਮਿਲਿਆ ਸੀ। ਡੌਂਕੀ ਰਾਹੀਂ ਜਾਂ ਫਿਰ ਕਿਸੇ ਹੋਰ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੁੰਦੇ ਸਮੇਂ ਹੁਣ ਤੱਕ ਬਹੁਤ ਸਾਰੇ ਭਾਰਤੀ ਆਪਣੀ ਜਾਨ ਗਵਾ ਚੁੱਕੇ ਨੇ, ਪਰ ਫਿਰ ਵੀ ਲੋਕ ਲਗਾਤਾਰ ਇਹ ਖਤਰਨਾਕ ਕਦਮ ਚੁੱਕ ਰਹੇ ਨੇ। ਇਸੇ ਤਰ੍ਹਾਂ 7 ਹੋਰ ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕੈਨੇਡਾ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋ ਰਹੇ ਸਨ। 20 ਤੋਂ 25 ਸਾਲ ਉਮਰ ਦੇ ਇਸ 7 ਨੌਜਵਾਨ ਗੁਜਰਾਤ ਦੇ ਗਾਂਧੀ ਨਗਰ ਦੇ ਮਹਿਸਾਣਾ ਦੇ ਵਾਸੀ ਨੇ। ਇਹ ਸਾਰੇ ਜਾਣੇ ਕੈਨੇਡਾ ਦੇ ਕਿਊਬੈਕ ਸੂਬੇ ਦੇ ਰਸਤੇ ਰਾਹੀਂ ਨਿਊਯਾਰਕ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸੀ। ਇਸ ਦੌਰਾਨ US ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਅਧਿਕਾਰੀਆਂ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ। ਗੁਜਰਾਤ ਦੇ ਵਾਸੀ ਇਹਨਾਂ ਸਾਰੇ ਨੌਜਵਾਨਾਂ ਤੇ ਏਲੀਅਨ ਐਕਟ ਤਹਿਤ ਦੋਸ਼ ਲਗਾਏ ਗਏ ਅਤੇ ਇਹਨਾਂ ਨੂੰ ਅਲਬਾਨੀ ਵਿੱਚ ਹਿਰਾਸਤ ਵਿੱਚ ਰੱਖਿਆ ਗਿਆ। ਨਿਊਯਾਰਕ ਪੁਲਿਸ ਗੁਜਰਾਤ ਵਿੱਚ ਇਹਨਾਂ ਨੌਜਵਾਨਾਂ ਦੇ ਪਰਿਵਾਰਾਂ ਕੋਲੋਂ ਪੁੱਛਗਿੱਛ ਕਰਕੇ ਵੇਰਵੇ ਇਕੱਠੇ ਕਰਨ ਦਾ ਯਤਨ ਕਰ ਰਹੀ ਹੈ, ਪਰ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਹਨਾਂ ਦੇ ਅਮਰੀਕਾ ਜਾਣ ਬਾਰੇ ਕੋਈ ਖਬਰ ਨਹੀਂ ਸੀ। ਮਾਰਚ 2020 ਵਿੱਚ ਕੋਵਿਡ-19 ਮਹਾਮਾਰੀ ਕਾਰਨ ਬੰਦ ਹੋਣ ਤੋਂ ਬਾਅਦ ਪਹਿਲੀ ਵਾਰ ਸੋਮਵਾਰ ਨੂੰ ਨਿਊਜ਼ੀਲੈਂਡ ਦੀਆਂ ਸਰਹੱਦਾਂ ਪੂਰੀ ਤਰ੍ਹਾਂ ਦੁਨੀਆ ਭਰ ਦੇ ਸੈਲਾਨੀਆਂ ਲਈ ਦੁਬਾਰਾ ਖੋਲ੍ਹ ਦਿੱਤੀਆਂ ਗਈਆਂ। ਨਿਊਜ਼ੀਲੈਂਡ ਦੀਆਂ ਸਰਹੱਦਾਂ ਫਰਵਰੀ ਵਿੱਚ ਪਹਿਲੀ ਵਾਰ ਮੁੜ ਖੁੱਲ੍ਹਣੀਆਂ ਸ਼ੁਰੂ ਹੋਈਆਂ ਤੇ ਪਾਬੰਦੀਆਂ ਹੌਲੀ-ਹੌਲੀ ਘਟਾਈਆਂ ਗਈਆਂ। ਸਰਹੱਦਾਂ ਨੂੰ ਮੁੜ ਖੋਲ੍ਹਣ ਦੀ ਪ੍ਰਕਿਰਿਆ ਬੀਤੀ ਰਾਤ ਉਹਨਾਂ ਸੈਲਾਨੀਆਂ ਨਾਲ ਖਤਮ ਹੋ ਗਈ ਜਿਨ੍ਹਾਂ ਨੂੰ ਵੀਜ਼ਾ ਦੀ ਜ਼ਰੂਰਤ ਹੈ ਅਤੇ ਵਿਦਿਆਰਥੀ ਵੀਜ਼ਾ ਤੇ ਵੀ ਹੁਣ ਨਿਊਜ਼ੀਲੈਂਡ ਵਾਪਸ ਜਾਣ ਦੀ ਆਗਿਆ ਦਿੱਤੀ ਗਈ ਹੈ। ਨਿਊਜ਼ੀਲੈਂਡ ਹੁਣ ਕਰੂਜ਼ ਜਹਾਜ਼ਾਂ ਤੇ ਵਿਦੇਸ਼ੀ ਮਨੋਰੰਜਨ ਕਿਸ਼ਤੀਆਂ ਨੂੰ ਆਪਣੀਆਂ ਬੰਦਰਗਾਹਾਂ ਤੇ ਡੌਕ ਕਰਨ ਦੀ ਆਗਿਆ ਦੇ ਰਿਹਾ। ਜ਼ਿਕਰਯੋਗ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਨਿਊਜ਼ੀਲੈਂਡ ਦੀ ਆਰਥਿਕਤਾ ਵਿੱਚ ਮਹੱਤਵਪੂਰਨ ਯੋਗਦਾਨ ਰਿਹਾ ਹੈ ਅਤੇ ਵਿਦਿਅਕ ਪ੍ਰਦਾਤਾ ਉਮੀਦ ਕਰ ਰਹੇ ਨੇ ਕਿ ਸਰਹੱਦਾਂ ਦੇ ਮੁੜ ਖੋਲ੍ਹਣ ਨਾਲ ਦੇਸ਼ ਭਰ ਦੇ ਸਕੂਲਾਂ ਅਤੇ ਯੂਨੀਵਰਸਿਟੀਜ਼ ਨੂੰ ਹੁਲਾਰਾ ਮਿਲੇਗਾ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜਸਿੰਡਾ ਆਰਡਨ ਨੇ ਸੋਮਵਾਰ ਨੂੰ ਆਕਲੈਂਡ ਵਿੱਚ ਚੀਨ ਦੇ ਵਪਾਰਕ ਸੰਮੇਲਨ ਵਿੱਚ ਇੱਕ ਭਾਸ਼ਣ ਦੌਰਾਨ ਕਿਹਾ ਕਿ ਸਰਹੱਦਾਂ ਦੇ ਅੰਤਮ ਪੜਾਅ ਨੂੰ ਖੋਲ੍ਹਣਾ ਇੱਕ ਵੱਡਾ ਪਲ ਸੀ। ਇਹ ਫਰਵਰੀ ਤੋਂ ਸਾਡੇ ਹਿੱਸੇ ਤੇ ਇੱਕ ਪੜਾਅਵਾਰ ਅਤੇ ਸਾਵਧਾਨ ਪ੍ਰਕਿਰਿਆ ਜਾਰੀ ਰਹੀ ਹੈ ਕਿਉਂਕਿ ਅਸੀਂ ਬਾਕੀ ਸੰਸਾਰ ਨਾਲ ਆਪਣੇ ਲੋਕਾਂ ਨੂੰ ਸੁਰੱਖਿਅਤ ਰੱਖਦੇ ਹੋਏ ਇੱਕ ਬਹੁਤ ਹੀ ਜੀਵੰਤ ਗਲੋਬਲ ਮਹਾਮਾਰੀ ਦਾ ਪ੍ਰਬੰਧਨ ਕਰਨਾ ਜਾਰੀ ਰੱਖਦੇ ਹਾਂ। ਭਾਰਤ ਸਰਕਾਰ ਨੇ 116 ਦੇਸ਼ਾਂ ਨਾਲ ਦੁਬੱਲੇ ਹਵਾਈ ਸੇਵਾ ਸਮਝੌਤੇ ਕੀਤੇ ਨੇ ਜਿਸ ਦੇ ਤਹਿਤ ਵਿਦੇਸ਼ੀ ਏਅਰਲਾਈਨਸ ਨੂੰ ਦੇਸ਼ ਦੇ ਮਹਾਨਗਰਾਂ ਵਿੱਚ ਹੋਰ ਉਡਾਣਾਂ ਨੂੰ ਜੋੜਨ ਦੀ ਆਗਿਆ ਦਿੱਤੀ ਜਾਏਗੀ। ਭਾਰਤ ਨੇ ਜਿਨ੍ਹਾਂ ਦੇਸ਼ਾਂ ਨਾਲ ਦੁਬੱਲੇ ਹਵਾਈ ਸੇਵਾ ਸਮਝੌਤੇ ਤੇ ਦਸਤਖਤ ਕੀਤੇ ਨੇ ਉਹਨਾਂ 'ਚ ਏਸ਼ੀਆ, ਯੂਰਪ, ਮੱਧ ਪੂਰਬ ਅਤੇ ਦੱਖਣੀ ਅਮਰੀਕਾ ਦੇ ਦੇਸ਼ ਸ਼ਾਮਲ ਨੇ। ਨਿਊਜ਼ ਏਜੰਸੀ ANI ਮੁਤਾਬਕ ਟਰੈਵਲ ਇੰਡਸਟਰੀ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਇਸ ਕਦਮ ਨਾਲ ਯਾਤਰੀਆਂ ਨੂੰ ਫਾਇਦਾ ਹੋਏਗਾ ਤੇ ਹਵਾਈ ਕਿਰਾਏ 'ਚ ਵੀ ਕਟੌਤੀ ਹੋ ਸਕਦੀ ਹੈ। ਅੰਜੂ ਵਾਰੀਆ, ਡਾਇਰੈਕਟਰ ਗਰੁੱਪ ਬਿਜ਼ਨਸ ਡਿਵੈਲਪਮੈਂਟ STIC ਟਰੈਵਲ ਗਰੁੱਪ ਨੇ ਕਿਹਾ, ਸੀਟ ਸਮਰੱਥਾ ਵਧਾਉਣ ਅਤੇ ਵਿਦੇਸ਼ੀ ਏਅਰਲਾਈਨਸ ਲਈ ਓਪਨ ਸਕਾਈ ਪਾਲਿਸੀ ਬਣਾਉਣ ਲਈ ਦੂਜੇ ਦੇਸ਼ਾਂ ਨਾਲ ਦੁਬੱਲੇ ਹਵਾਈ ਸੇਵਾ ਸਮਝੌਤਿਆਂ ਵਿੱਚ ਦਾਖਲ ਹੋਣਾ ਚੰਗਾ ਹੈ ਕਿਉਂਕਿ ਇਹ ਯਾਤਰੀਆਂ ਦੀ ਮਦਦ ਕਰੇਗਾ।
ਫਾਇਦਾ ਹੋਏਗਾ। ਸਰਕਾਰ ਨੇ ਵੀ ਕਿਹਾ ਕਿ ਮੌਜੂਦਾ ਸਮੇਂ ਵਿੱਚ ਵਿਦੇਸ਼ੀ 에ਅਰਲਾਈਨਸ ਦੇ ਪੱਖ ਵਿੱਚ ਕਾਲਾਂ ਦੀ ਗਿਣਤੀ 'ਚ ਮਹੱਤਵਪੂਰਨ ਅਸੰਤੁਲਨ ਦੇ ਕਾਰਨ ਇਹ ਕਿਸੇ ਵੀ ਗੈਰ ਮੈਟਰੋ ਹਵਾਈ ਅੱਡੇ ਨੂੰ ਇਸ ਉਦੇਸ਼ ਲਈ ਵਿਦੇਸ਼ੀ 에ਅਰਲਾਈਨਸ ਨੂੰ ਨਵੇਂ ਪੁਆਇੰਟ ਆਫ ਕਾਲ ਪ੍ਰਦਾਨ ਕਰਨ ਦੀ ਆਗਿਆ ਨਹੀਂ ਦੇਗਾ। ਆਪਰੇਟਿੰਗ ਯਾਤਰੀ ਸੇਵਾ ਦਾ ਆਫ ਕਾਲ ਨਹੀਂ ਦੇਣਾ ਭਾਰਤੀ ਮਨੋਨੀਤ 에ਅਰਲਾਈਨਸ ਵਿਦੇਸ਼ਾਂ ਨਾਲ ਭਾਰਤ ਦੁਆਰਾ ਕੀਤੇ ਦੁਵੱਲੇ ਸਮਝੌਤੇ ਦੇ ਦਾਇਰੇ ਵਿੱਚ ਕਨੂਰ ਅੰਤਰਰਾਸ਼ਟਰੀ ਹਵਾਈ ਅੱਡੇ ਸਮੇਤ ਕਿਸੇ ਵੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਇਸ ਤੋਂ ਨਿਰਧਾਰਤ ਸੰਚਾਲਨ ਨੂੰ ਮਾਊਂਟ ਕਰਨ ਲਈ ਸੁਤੰਤਰ ਨੇ। ਤੁਹਾਨੂੰ ਦੱਸ ਦੇਈਏ ਕਿ ਟਰੈਵਲ ਇੰਡਸਟਰੀ ਲੰਬੇ ਸਮੇਂ ਤੋਂ ਸਰਕਾਰ ਤੋਂ ਮੰਗ ਕਰ ਰਹੀ ਹੈ ਕਿ ਵਿਦੇਸ਼ੀ 에ਅਰਲਾਈਨਸ ਨੂੰ ਮੈਟਰੋ 에ਅਰਪੋਰਟ ਤੋਂ ਇਲਾਵਾ ਹੋਰ ਸ਼ਹਿਰਾਂ ਤੋਂ ਸੰਚਾਲਨ ਕਰਨ ਦੀ ਆਗਿਆ ਦਿੱਤੀ ਜਾਵੇ। ਅੰਜੂ ਵਾਰੀਆ ਨੇ ਕਿਹਾ ਕਿ ਭਾਰਤੀ ਮਨੋਨੀਤ 에ਅਰਲਾਈਨਸ ਕਿਸੇ ਵੀ ਸ਼ਹਿਰ ਤੋਂ ਸੰਚਾਲਨ ਕਰਨ ਲਈ ਸੁਤੰਤਰ ਨੇ, ਪਰ ਕੋਈ ਵਿਦੇਸ਼ੀ 에ਅਰਲਾਈਨਸ ਨਹੀਂ। ਜਦੋਂ ਕਿ ਅਜਿਹਾ ਨਹੀਂ ਹੁੰਦਾ, ਮੰਗ ਸਪਲਾਈ ਦਾ ਅੰਤਰ ਹੋਏਗਾ ਜੋ ਕੀਮਤਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਟਿਊਨੀਸ਼ੀਆ ਦੇ ਕੁੱਲ 7170 ਪ੍ਰਵਾਸੀ 2022 ਦੇ ਪਹਿਲੇ 7 ਮਹੀਨਿਆਂ 'ਚ ਗੈਰ ਕਾਨੂੰਨੀ ਢੰਗ ਨਾਲ ਇਟਲੀ ਦੇ ਤੱਟਾਂ ਤੇ ਪਹੁੰਚਣ 'ਚ ਕਾਮਯਾਬ ਰਹੇ। ਇੱਕ ਸਥਾਨਕ ਮੀਡੀਆ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ। ਸਮਾਚਾਰ ਏਜੰਸੀ ਸ਼ਿਨੂਹਾ ਨੇ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਟਿਊਨੀਸ਼ੀਆ ਪ੍ਰਵਾਸੀ ਸਾਰੀਆਂ ਰਜਿਸਟਰਡ ਕੌਮੀਅਤਾਂ ਵਿੱਚ ਸਭ ਤੋਂ ਵੱਡੀ ਗਿਣਤੀ ਦੀ ਨੁਮਾਇੰਦਗੀ ਕਰਦੇ ਨੇ ਜੋ ਗੈਰ ਕਾਨੂੰਨੀ ਢੰਗ ਨਾਲ ਇਟਲੀ ਪਹੁੰਚੇ ਹਨ। ਟਿਊਨੀਸ਼ੀਆ ਦੇ ਤੱਟਾਂ ਤੋਂ ਇਟਲੀ ਪਹੁੰਚਣ ਦੀ ਕੋਸ਼ਿਸ਼ ਕਰਨ ਵਾਲੇ ਪ੍ਰਵਾਸੀਆਂ ਦੀ ਗਿਣਤੀ ਆਮ ਤੌਰ ਤੇ ਗਰਮੀਆਂ ਵਿੱਚ ਵੱਧ ਜਾਂਦੀ ਹੈ ਕਿਉਂਕਿ ਮੌਸਮ ਚੰਗਾ ਹੁੰਦਾ ਹੈ। ਇੱਥੇ ਦੱਸਦੇ ਹੈ ਕਿ ਟਿਊਨੀਸ਼ੀਆ ਭੂ-ਮੱਧ ਸਾਗਰ ਪਾਰ ਕਰਕੇ ਯੂਰਪ ਜਾਣ ਦੀ ਕੋਸ਼ਿਸ਼ ਕਰਨ ਵਾਲੇ ਪ੍ਰਵਾਸੀਆਂ ਲਈ ਮੂਲ ਅਤੇ ਆਵਾਜਾਈ ਦਾ ਇੱਕ ਮਹੱਤਵਪੂਰਨ ਦੇਸ਼ ਨੇ। ਯੂਰਪ ਵਿੱਚ 77% ਦੇ ਨਾਲ 8,13,000 ਤੋਂ ਵੱਧ ਟਿਊਨੀਸ਼ੀਅਨ ਦੇ ਵਿਦੇਸ਼ਾਂ ਵਿੱਚ ਰਹਿਣ ਦਾ ਅਨੁਮਾਨ ਹੈ। ਟਿਊਨੀਸ਼ੀਅਨ ਵਰਤਮਾਨ ਵਿੱਚ ਪ੍ਰਵਾਸੀਆਂ ਵਿੱਚ ਸਭ ਤੋਂ ਵੱਧ ਨੁਮਾਇੰਦਗੀ ਵਾਲੀ ਕੌਮੀਅਤ ਨੇ ਜੋ ਕੇਂਦਰੀ ਮੈਡੀਟੇਰੀਅਨ ਮਾਈਗ੍ਰੇਸ਼ਨ ਰੂਟ ਤੋਂ ਇਟਲੀ ਪਹੁੰਚਦੇ ਨੇ, ਜੋ ਕਿ ਜਨਵਰੀ 2021 ਤੋਂ ਆਉਣ ਵਾਲੇ ਲੋਕਾਂ ਦਾ ਲਗਭਗ 24% ਬਣਦੇ ਨੇ। ਜੇਕਰ ਤੁਸੀਂ ਐਕਸਪ੍ਰੈਸ ਐਂਟਰੀ ਰਾਹੀਂ ਕੈਨੇਡਾ ਦੀ ਪੀਆਰ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਹੁਣ ਤੁਹਾਡੇ ਲਈ ਖੁਸ਼ਖਬਰੀ ਹੈ। ਕੈਨੇਡਾ ਵਿੱਚ 10 ਲੱਖ ਤੋਂ ਵੱਧ ਖਾਲੀ ਅਸਾਮੀਆਂ ਨੇ ਅਤੇ ਉੱਚ ਨੌਕਰੀ ਦੀ ਖਾਲੀ ਦਰ, ਘੱਟ ਬੇਰੁਜ਼ਗਾਰੀ ਦਰ ਦੇ ਨਾਲ ਸੰਯੁਕਤ ਰੂਪ ਨਾਲ ਪ੍ਰਵਾਸੀਆਂ ਲਈ ਅਹੁਦਿਆਂ ਨੂੰ ਭਰਨ ਦੇ ਮੌਕੇ ਲਿਆਉਂਦੀ ਹੈ। ਕੈਨੇਡਾ ਵਰਤਮਾਨ 2022 ਵਿੱਚ 4,30,000 ਤੋਂ ਵੱਧ ਦੇ ਟੀਚੇ ਨਾਲ ਆਪਣੇ ਜ਼ਿਆਦਾਤਰ ਸਥਾਈ ਨਿਵਾਸੀਆਂ ਨੂੰ ਸੱਦਾ ਦੇਣ ਦੀ ਯੋਜਨਾ ਬਣਾ ਰਿਹਾ। ਇੱਕ CIC ਨਿਊਜ਼ ਰਿਪੋਰਟ ਵਿੱਚ ਦੱਸਿਆ ਗਿਆ ਕਿ 2024 ਵਿੱਚ ਇਹ ਟੀਚਾ 4,50,000 ਤੋਂ ਵੱਧ ਹੋ ਜਾਏਗਾ। ਪਿਛਲੇ ਮਹੀਨੇ ਇੱਕ ਹੋਰ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਕੁਝ ਰਾਜਾਂ ਵਿੱਚ ਨੌਕਰੀਆਂ ਦੀਆਂ ਅਸਾਮੀਆਂ ਰਿਕਾਰਡ ਉਚਾਈ ਤੱਕ ਪਹੁੰਚ ਗਈਆਂ ਨੇ। ਅਲਬਰਟਾ ਤੇ ਓਟਾਰੀਓ ਵਿੱਚ ਅਪ੍ਰੈਲ ਦੇ ਮਹੀਨੇ 'ਚ ਹਰੇਕ ਨੌਕਰੀ ਲਈ ਔਸਤਨ 1.1 ਬੇਰੁਜ਼ਗਾਰ ਲੋਕ ਮਾਰਚ ਵਿੱਚ 1.2 ਅਤੇ 1 ਸਾਲ ਪਹਿਲਾਂ ਨਾਲੋਂ 2.4 ਘੱਟ ਨੇ। ਨਿਊਫਾਊਂਡਲੈਂਡ ਅਤੇ ਲੈਬਰਾਡ ਵਿੱਚ ਹਰ ਖਾਲੀ ਨੌਕਰੀ ਲਈ ਲਗਭਗ 4 ਬੇਰੁਜ਼ਗਾਰ ਲੋਕ ਸਨ। ਉਸਾਰੀ ਖੇਤਰ ਵਿੱਚ ਨੌਕਰੀਆਂ ਦੀਆਂ ਅਸਾਮੀਆਂ ਦੀ ਗਿਣਤੀ ਅਪ੍ਰੈਲ ਵਿੱਚ 89,900 ਦੇ ਨਵੇਂ ਉੱਚੇ ਪੱਧਰ ਤੇ ਪਹੁੰਚ ਗਈ ਜੋ ਮਾਰਚ ਤੋਂ 5.4% ਅਤੇ ਪਿਛਲੇ ਅਪ੍ਰੈਲ ਤੋਂ ਲਗਭਗ 45% ਵੱਧ ਸੀ। ਪੇਸ਼ੇਵਰ ਵਿਗਿਆਨਕ ਅਤੇ ਤਕਨੀਕੀ ਸੇਵਾਵਾਂ ਵਿੱਚ ਨੌਕਰੀਆਂ ਦੀਆਂ ਅਸਾਮੀਆਂ ਵੀ ਰਿਕਾਰਡ ਉਚਾਈਆਂ ਤੇ ਪਹੁੰਚ ਗਈਆਂ, ਜਿਨ੍ਹਾਂ ਵਿੱਚ ਆਵਾਜਾਈ ਅਤੇ ਸਟੋਰੇਜ, ਵਿੱਤ ਅਤੇ ਬੀਮਾ, ਮਨੋਰੰਜਨ ਅਤੇ ਰੀਅਲ ਅਸਟੇਟ ਦੇ ਖੇਤਰ ਸ਼ਾਮਲ ਨੇ। ਕੈਨੇਡਾ ਦਾ ਲੇਬਰ ਬਾਜ਼ਾਰ ਇਸ ਸਾਲ ਕਾਫੀ ਸੁੰਗੜ ਗਿਆ ਕਿਉਂਕਿ 55 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੇ ਵਰਕਫੋਰਸ ਛੱਡ ਦਿੱਤਾ ਤੇ ਬਹੁਤ ਘੱਟ ਲੋਕ ਵਰਕਫੋਰਸ ਵਿੱਚ ਸ਼ਾਮਲ ਹੋਣ ਲਈ ਤਿਆਰ ਨੇ। ਦੂਜੇ ਪਾਸੇ ਦੇਸ਼ ਵਿੱਚ ਲਗਭਗ 10 ਲੱਖ ਨੌਕਰੀਆਂ ਦੀਆਂ ਅਸਾਮੀਆਂ ਨੇ, ਖਾਸ ਕਰਕੇ ਗਰਮੀਆਂ ਦੀਆਂ ਨੌਕਰੀਆਂ। ICIC ਨਿਊਜ਼ ਨੇ ਹਵਾਲਾ ਦਿੱਤਾ ਹੈ ਕਿ ਕੈਨੇਡਾ ਵਿੱਚ 9 ਮਿਲੀਅਨ ਬੇਬੀ ਬੂਮਰ ਇਸ ਦਹਾਕੇ ਵਿੱਚ ਰਿਟਾਇਰਮੈਂਟ ਦੀ ਉਮਰ ਤੱਕ ਪਹੁੰਚਣ ਲਈ ਤਿਆਰ ਨੇ। ਇੱਕ ਤਾਜ਼ਾ RBC ਸਰਵੇਖਣ ਨੇ ਸੁਝਾਅ ਦਿੱਤਾ ਹੈ ਕਿ 1/3 ਕੈਨੇਡੀਅਨ ਜਲਦੀ ਰਿਟਾਇਰ ਹੋ ਰਹੇ ਨੇ ਅਤੇ 10 ਵਿੱਚੋਂ 3 ਪ੍ਰੀ ਰਿਟਾਇਰ ਮਹਾਮਾਰੀ ਕਾਰਨ ਆਪਣੀ ਰਿਟਾਇਰਮੈਂਟ ਤਰੀਕਾਂ ਨੂੰ ਬਦਲ ਰਹੇ ਨੇ। ਇਸ ਦੌਰਾਨ ਜਣਨ ਦਰ 2020 ਵਿੱਚ ਪ੍ਰਤੀ ਔਰਤ 1.4 ਬੱਚੇ ਰਿਕਾਰਡ ਹੇਠਲੇ ਪੱਧਰ ਤੇ ਆ ਗਈ। ਅਲ-ਕਾਇਦਾ ਮੁਖੀ ਆਯਮਨ ਅਲ-ਜ਼ਵਾਹਿਰੀ ਦੇ ਖਾਤਮੇ ਮਗਰੋਂ ਅਮਰੀਕਾ ਨੇ ਵਿਦੇਸ਼ ਵਿੱਚ ਸਫ਼ਰ ਕਰਨ ਵਾਲੇ ਆਪਣੇ ਨਾਗਰਿਕਾਂ ਨੂੰ ਚੌਕਸ ਰਹਿਣ ਲਈ ਕਿਹਾ। ਵਿਦੇਸ਼ ਵਿਭਾਗ ਵੱਲੋਂ ਜਾਰੀ ਅਲਰਟ ਵਿੱਚ ਕਿਹਾ ਗਿਆ ਹੈ ਕਿ ਜ਼ਵਾਹਿਰੀ ਦੀ ਮੌਤ ਮਗਰੋਂ ਅਲ-ਕਾਇਦਾ ਦੇ ਹਮਾਇਤੀ ਜਾਂ ਉਹਨਾਂ ਨਾਲ ਜੁੜੀਆਂ ਜਥੇਬੰਦੀਆਂ ਅਮਰੀਕੀ ਟਿਕਾਣਿਆਂ, ਫੌਜੀਆਂ ਤੇ ਆਮ ਲੋਕਾਂ ਤੇ ਹਮਲੇ ਕਰ ਸਕਦੇ ਨੇ। ਵਿਦੇਸ਼ ਵਿਭਾਗ ਅਮਰੀਕੀ ਨਾਗਰਿਕਾਂ ਖਿਲਾਫ ਦਹਿਸ਼ਤੀ ਹਮਲਿਆਂ ਦੀ ਧਮਕੀ, ਪ੍ਰਦਰਸ਼ਨਾਂ ਅਤੇ ਹੋਰ ਹਿੰਸਕ ਕਾਰਵਾਈਆਂ ਤੋਂ ਫਿਕਰਮੰਦ ਨੇ। ਉਹਨਾਂ ਨੇ ਕਿਹਾ ਕਿ ਦੁਨੀਆ 'ਚ ਅਮਰੀਕਾ ਨਾਲ ਜੁੜੇ ਟਿਕਾਣਿਆਂ ਤੇ ਦਹਿਸ਼ਤੀ ਹਮਲੇ ਵਧਣ ਦਾ ਖਦਸ਼ਾ ਹੈ। ਆਸਟ੍ਰੇਲੀਆ ਵਿੱਚ ਲੰਬੇ ਸਮੇਂ ਤੱਕ ਰਹਿਣ ਵਾਲੇ ਗਿੱਲੇ ਅਤੇ ਹਨੇਰੀ ਵਾਲੇ ਮੌਸਮ ਨੇ ਬੁੱਧਵਾਰ ਨੂੰ ਦੇਸ਼ ਦੇ ਬਹੁਤ ਸਾਰੇ ਦੱਖਣੀ ਖੇਤਰਾਂ ਵਿੱਚ ਤਬਾਹੀ ਮਚਾਈ ਅਤੇ ਨਾਲ ਹੀ ਤੀਬਰਤਾ ਘੱਟ ਹੋਣ ਦੇ ਸੰਕੇਤ ਦਿਖਾਏ। ਪੱਛਮੀ ਆਸਟ੍ਰੇਲੀਅਨ ਰਾਜਧਾਨੀ ਪਰਥ ਵਿੱਚ ਹਵਾਈ ਅੱਡੇ ਅਤੇ ਲਗਭਗ 35,000 ਹੋਰ ਸੰਪਤੀਆਂ ਤੇ ਬਿਜਲੀ ਦੇ ਬਲੈਕਆਊਟ ਕਾਰਨ ਤੀਰੇ ਤੂਫਾਨ ਦੇ ਸਾਹਮਣੇ ਆਉਣ ਤੋਂ ਬਾਅਦ ਮੰਗਲਵਾਰ ਸ਼ਾਮ ਨੂੰ ਰਵਾਨਗੀ ਦੀਆਂ ਉਡਾਣਾਂ ਨੂੰ ਰੋਕ ਦਿੱਤਾ।
समाचार एजेंसी शिन्हुआ की रिपोर्ट मुताबक वड्डे सरफ कारण राज के समुद्री तट प्रभावित हुए ने, जो कि 10 मीटर की उचाई तक पहुंच गए ने। मौसम विज्ञान ब्यूरो के अनुसार 90 किलोमीटर तो वध की रफ्तार वालियां हवावां ते तूफान के गरज नाल बुधवार नूं पूरे सूबे के दक्षिणी ਅੱਧ ਨੂੰ पार करने की भविष्यवाणी की है। इस दौरान देश के दूजे पासे विक्टोरिया स्टेट एमरजेंसी सेवा के कर्मचारियों ने मंगलवार रात ਨੂੰ तूफानी हवावां की तबाही मचाउण तो बाद मदद लई 200 ਤੋਂ ਵੱਧ ਕਾਲਾਂ ਦਾ ਜਵਾਬ ਦਿੱਤਾ। BOM ਡਿਊਟੀ ਫੌਬੀ ਡੀ ਵਿਲਟ ਨੇ ਸਥਾਨਕ ਅਖਬਾਰ ਏਜ ਨੇ ਦੱਸਿਆ ਕਿ 100 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਦੀ ਰਫ਼ਤਾਰ ਵਾਲੇ ਝੱਖੜ ਰਾਜ ਦੀਆਂ ਅਲਪਾਈਨ ਚੋਟੀਆਂ ਤੇ ਹੋਰ ਉੱਚੇ ਖੇਤਰਾਂ ਵਿੱਚੋਂ ਲੰਘ ਗਏ ਨੇ। देश विदेश तो तख्त सचखंड श्री हजूर साहिब के दर्शनों ਨੂੰ पहुंच रही संगतां ਨੂੰ आ रही परेशानी ਨੂੰ मुख रखदियां बहुत जल्द नदेड़ ਲਈ ਵੱਖ-ਵੱਖ जगह तो हवाई सेवावां शुरू होण जा रही ने। इन्हां विचारां दा प्रगटावा बोर्ड तख्त सचखंड श्री हजूर साहिब के नव नियुक्त चेयरमैन डॉक्टर परविंदर सिंह पसरीचा महाराष्ट्र ने पंजाब तो पहुंचे वफद, जिसकी अगवाई रुपिंदर सिंह शामपुरा चीफ पैटਰਨ नानक साई फाउंडेशन नंदेड़ कर रहे सन। नाल मुलाकात दौरान चोणवें पत्रकारां दी हाज़री विच कीता। ਕੈਨੇਡਾ ਤੇ ਅਮਰੀਕਾ 'ਚ ਭਾਰਤ ਤੋਂ ਵਿਦਿਆਰਥੀਆਂ ਵਜੋਂ ਪਹੁੰਚ ਰਹੇ ਮੁੰਡੇ ਅਤੇ ਕੁੜੀਆਂ ਦਾ ਮੁੱਦਾ ਸਰਕਾਰੀ ਅਤੇ ਸਮਾਜਿਕ ਪੱਧਰਾਂ ਤੇ ਗਰਮਾਇਆ ਹੋਇਆ ਹੈ, ਜੋ ਅੰਗਰੇਜ਼ੀ ਬੋਲਣ ਵਿੱਚ ਅਸਮਰਥ ਨੇ, ਜਦੋਂ ਕਿ ਉਹਨਾਂ ਤੇ ਆਇਲਜ਼ ਵਿੱਚੋਂ 6 ਤੋਂ 8 ਬੈਂਡ ਤੱਕ ਹੁੰਦੇ ਨੇ। ਇਸ ਦੇ ਨਾਲ ਹੀ ਇਹ ਵੀ ਕਿ ਟੈਸਟ ਦੇ ਉਹ ਸਰਟੀਫਿਕੇਟ ਨਕਲੀ ਨਹੀਂ ਹੁੰਦੇ। ਪੰਜਾਬ ਪੁਲਿਸ ਵੱਲੋਂ ਬੀਤੇ ਦਿਨ 4 ਗ੍ਰਿਫਤਾਰੀਆਂ ਕੀਤੇ ਜਾਣ ਤੋਂ ਬਾਅਦ ਹੁਣ ਤਾਜ਼ਾ ਮਾਮਲਾ ਅੱਧੀ ਕੁ ਦਰਜਨ ਗੁਜਰਾਤੀ ਮੁੰਡਿਆਂ 'ਚ ਚਰਚਾ 'ਚ ਆਇਆ, ਜੋ ਬੀਤੀ 19 ਮਾਰਚ ਨੂੰ ਸਟੱਡੀ ਵੀਜ਼ੇ ਨਾਲ ਕੈਨੇਡਾ 'ਚ ਦਾਖਲ ਹੋਣ ਤੋਂ 2 ਹਫ਼ਤਿਆਂ ਬਾਅਦ ਕਿਸ਼ਤੀ ਰਾਹੀਂ ਸਵਾਰ ਹੋ ਕੇ ਦਰਿਆ ਰਾਹੀਂ ਗੈਰ ਕਾਨੂੰਨੀ ਤਰੀਕੇ ਅਮਰੀਕਾ 'ਚ ਵੜਨ ਦੀ ਕੋਸ਼ਿਸ਼ ਦੌਰਾਨ ਫੜੇ ਗਏ ਸਨ। ਪੁਲਿਸ ਵੱਲੋਂ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਜੱਜ ਨੂੰ ਹੈਰਾਨੀ ਹੋਈ ਕਿ ਉਹਨਾਂ ਮੁੰਡਿਆਂ ਨੂੰ ਅੰਗਰੇਜ਼ੀ ਦਾ ਕੋਈ ਗਿਆਨ ਨਹੀਂ ਸੀ ਅਤੇ ਹਿੰਦੀ ਦੇ ਉਲਥਕਾਰਾਂ ਦੀ ਮਦਦ ਲੈਣੀ ਪਈ, ਜਦਕਿ ਸਰਟੀਫਿਕੇਟਸ ਵਿੱਚ ਉਕਤ ਮੁੰਡਿਆਂ ਦੇ ਆਇਲਜ਼ ਟੈਸਟ ਸਕੋਰ 6.5 ਅਤੇ 7 ਬੈਂਡ ਦਿਖਾਏ ਗਏ ਸਨ। ਇਸ ਕੇਸ ਵਿੱਚ ਜਾਂਚ ਅਧਿਕਾਰੀਆਂ ਵੱਲੋਂ ਭਾਰਤ 'ਚ ਅਮਰੀਕੀ ਐਮਬੈਸੀ ਦਾ ਸਹਿਯੋਗ ਲਿਆ ਜਾ ਰਿਹਾ ਅਤੇ ਬੰਬਈ ਸਥਿਤ ਅਮਰੀਕੀ ਕੌਂਸਲ ਖਾਨੇ ਵੱਲੋਂ ਮਹਿਸਾਨਾ ਦੇ SSP ਨੂੰ ਇਸ ਮਾਮਲੇ ਦੀ ਜਾਂਚ ਲਈ ਲਿਖਤੀ ਸ਼ਿਕਾਇਤ ਭੇਜੀ ਗਈ ਹੈ। ਇਹ ਸਨ ਇਸ ਹਫ਼ਤੇ ਦੀਆਂ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਅਪਡੇਟਸ। ਵਰੁਣ ਕੌਰ ਮਾਨੂ ਦੀ ਆਗਿਆ, ਅਗਲੇ ਹਫ਼ਤੇ ਫਿਰ ਤੋਂ ਹਾਜ਼ਰ ਹੋਵਾਂਗੇ ਹੋਰ ਬਹੁਤ ਸਾਰੀਆਂ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਲੈ ਕੇ। ਦੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ।